मूसेवाला कतलकांड ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ। ਕਤਲ ਤੋਂ ਬਾਅਦ ਹਿਸਾਰ ਦੇ ਪਿੰਡ ਕਿਰਮਾਰਾ ਵਿੱਚ ਲੁਕਿਆ ਸੀ ਪ੍ਰਿਯਵਰਤ ਫੌਜੀ। ਅੰਕਿਤ ਦੇ ਨਾਲ ਰਮੇਸ਼ ਦੇ ਘਰ ਵਿੱਚ ਲੁਕਾਏ ਸੀ ਹਥਿਆਰ। ਫਾਜ਼ਿਲਕਾ ਵਿੱਚ ਵਪਾਰੀਆਂ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਮਿਲ ਰਹੀਆਂ ਧਮਕੀਆਂ। ਦੋ ਦੁਕਾਨਦਾਰਾਂ ਨੂੰ ਫੋਨ ਕਰਕੇ ਮੰਗੀ ਲੱਖਾਂ ਦੀ ਰੰਗਦਾਰੀ। ਜਾਨੋਂ ਮਾਰਨ ਦੀ ਵੀ ਦਿੱਤੀ ਗਈ ਧਮਕੀ। ਬਠਿੰਡਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸਾਰਜ ਮਿੰਟੂ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਤਸਵੀਰਾਂ। ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜਣਾ। ਕੇਸ ਦਰਜ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਹੈ ਨਾਮਜ਼ਦ। फिर पुलिस रिमांड से लॉरेंस बिश्नोई। मानसा कोर्ट ने 27 जून तक ਵਧਾਇਆ रिमांड। देर रात पेशी तो बाद वापस खरड़ लेके पहुंची पुलिस। ਬੰਬੀਹਾ ਪਿੰਡ ਵਿੱਚ ਪਰਿਵਾਰ ਨੇ ਖੁਦ ਹੀ ਚਲਾਈਆਂ ਸਨ ਗੋਲੀਆਂ। ਸੂਤਰਾਂ ਦੇ ਮੁਤਾਬਿਕ ਅਸਲੇ ਦਾ ਲਾਇਸੈਂਸ ਬਣਾਉਣ ਦੇ ਲਈ ਕੀਤੀ ਸੀ ਫਾਇਰਿੰਗ। ਕਿਸਾਨ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ। ਮਾਨਸਾ ਸਿਟੀ ਥਾਣੇ ਦੇ ਅੰਦਰ ਐਸਐਚਓ ਦੇ ਨਾਲ ਕੁੱਟਮਾਰ। ਕੇਸ ਦੇ ਨਿਪਟਾਰੇ ਦੇ ਲਈ ਥਾਣੇ ਵਿੱਚ ਬੁਲਾਇਆ ਸੀ ਵਕੀਲ। ਥਾਣੇਦਾਰ ਹਸਪਤਾਲ ਦੇ ਵਿੱਚ ਭਰਤੀ, ਵਕੀਲ ਗ੍ਰਿਫਤਾਰ। ਚੰਡੀਗੜ੍ਹ ਵਿੱਚ ਆਈ ਹੈ ਸੰਜੇ ਪੋਪਲੀ ਦੇ ਘਰ ਉੱਤੇ ਰੇਡ। 73 ਕਾਰਤੂਸ ਬਰਾਮਦ। ਪੁਲਿਸ ਨੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਮਾਮਲਾ। ਸੰਗਰੂਰ ਦੇ ਚੋਣ ਦੰਗਲ ਦੇ ਵਿੱਚ ਹੁਣ ਵੋਟਰਾਂ ਦੀ ਵਾਰੀ। ਕੱਲ ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ। ਦਿੱਲੀ ਪਹੁੰਚੇ ਪੰਜਾਬ ਕਾਂਗਰਸ ਦੇ ਐਮਐਲਏ ਤੇ ਸਾਂਸਦ। ਪਾਰਟੀ ਹੈੱਡਕੁਆਰਟਰ ਤੇ ਅਹਿਮ ਮੀਟਿੰਗ। ਈਡੀ ਤੇ ਅਗਨੀਪਥ ਦੇ ਮੁੱਦੇ ਤੇ ਕੇਂਦਰ ਨੂੰ ਘੇਰਨ ਦੇ ਲਈ ਤਿਆਰ ਹੋਵੇਗੀ ਰਣਨੀਤੀ। न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान ते इस वेले दे बुलेटिन दी शुरुआत अहम खबर दे नाल। अफगानिस्तान दे विच तबाही दी खबर सामने आ रही है। अफगानिस्तान दे विच खतरनाक तूफान जिहड़ा हैगा, खतरनाक भूचाल दी वजह करके तबाही मची है। अफगानिस्तान दे विच खतरनाक भूचाल आया है। रिक्टर पैमाने ते दर्जा हरारत जिहड़ी हैगी 6.1 तीव्रता का यह भूचाल जिहड़ा हैगा रिक्टर पैमाने ते मापिया गया। 250 लोगों की मौत की खबर जिहड़ी हैगी है सामने आ रही है अफगानिस्तान तो। अफगानिस्तान दे विच खतरनाक भूचाल है ते इस भूचाल दे बारे अपडेट असीं दे रहे। 6.1 तीव्रता का यह भूचाल हैगा रिक्टर पैमाने ते। तस्वीरां तुहानूं दिखा रहे हैं अफगानिस्तान तो जिहड़ियां तस्वीरां सामने आईयां ने। अफगानिस्तान दे विच यह भूचाल आया ते अमेरिकन जियोलॉजिकल सर्वे की रिपोर्ट के मुताबिक इस भूचाल का केंद्र दक्षिण पूर्वी अफगानिस्तान के खोस्ट शहर तो 44 किलोमीटर दूर सी। अफगानिस्तान की न्यूज़ एजेंसी बख्तार ने इस भारी तबाही की इतला दी है। एजेंसी के मुताबिक राहत ते बचावकर्मी हैलीकॉप्टर तो इलाके पहुंचे ने। तालिबान सरकार के उप बुलारे बिलाल करीमी ने कहा कि पाक टिका सूबे विच 4 ਜ਼ਿਲ੍ਹਿਆਂ ਦੇ ਵਿੱਚ ਭਿਆਨਕ ਭੂਚਾਲ ਆਇਆ। ਇਸ ਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਨੇ, ਦਰਜਨਾਂ ਘਰ ਤਬਾਹ ਹੋ ਗਏ ਨੇ। ਅਸੀਂ ਸਾਰੇ ਮਦਦ ਦੇਣ ਵਾਲੀਆਂ ਏਜੰਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਟੀਮਾਂ ਨੂੰ ਇਲਾਕੇ ਵਿੱਚ ਭੇਜਣ ਤਾਂ ਜੋ ਹੋਰ ਜ਼ਿਆਦਾ ਤਬਾਹੀ ਤੋਂ ਬਚਿਆ ਜਾ ਸਕੇ। ਤੇ ਤਬਾਹੀ ਦਾ ਮੰਜ਼ਰ ਕੀ ਹੈ? ਤਸਵੀਰਾਂ ਬਿਆਨ ਕਰ ਰਹੀਆਂ ਨੇ। ਘਰ ਢਹਿ ਢੇਰੀ ਹੋ ਗਏ ਨੇ, ਇਮਾਰਤਾਂ ਢਹਿ ਢੇਰੀ ਹੋਈਆਂ ਨੇ। ਤੇ ਅਫਗਾਨਿਸਤਾਨ ਦਾ ਇਲਾਕਾ ਜਿਹੜਾ ਜੀਓਗ੍ਰਾਫਿਕਲੀ ਅਜਿਹਾ ਇਲਾਕਾ ਹੈ ਜਿੱਥੇ ਬਹੁਤੇ ਜ਼ਿਆਦਾ ਜਿਹੜਾ ਹੈਗਾ ਉੱਚੀ ਇਮਾਰਤਾਂ ਜਿਹੜਾ ਹੈਗਾ ਉੱਚੀਆਂ ਇਮਾਰਤਾਂ ਲੋਕ ਨਹੀਂ ਬਣਾਉਂਦੇ। ਘਰ ਜਿਹੜੇ ਹੈਗੇ ਉਹ ਵੀ ਜ਼ਿਆਦਾ ਉੱਚੀ ਇਮਾਰਤਾਂ ਵਿੱਚ ਨਹੀਂ ਬਣਾਉਂਦੇ। ਖਾਸ ਕਰਕੇ ਜਿਹੜਾ ਅਫਗਾਨਿਸਤਾਨ ਦਾ ਪਿੰਡੂ ਇਲਾਕਾ ਹੈਗਾ ਜਾਂ ਇਹ ਕਹਿ ਲਿਆ ਜਾਵੇ ਕਿ ਆਊਟਸਕਰਟਸ ਜਿਸ ਨੂੰ ਕਿਹਾ ਜਾਂਦਾ ਹੈ, ਉਸ ਇਲਾਕੇ ਦੇ ਵਿੱਚੋਂ ਜਦੋਂ ਇਸ ਤਰੀਕੇ ਦੀ ਤਬਾਹੀ ਜਿਹੜੀ ਕੁਦਰਤ ਨੇ ਮਚਾਈ ਹੈ, ਕੁਦਰਤੀ ਕਰੋਪੀ ਦਾ ਸ਼ਿਕਾਰ ਜਿਹੜਾ ਹੈਗਾ ਅਫਗਾਨਿਸਤਾਨ ਹੁੰਦਾ ਨਜ਼ਰ ਆਇਆ। ਭੂਚਾਲ ਉੱਥੇ ਆਇਆ। 6.1 ਤੇਜ਼ੀ ਦਾ ਇਹ ਭੂਚਾਲ ਸੀਗਾ ਜਿਹੜਾ ਅਫਗਾਨਿਸਤਾਨ ਦੇ ਪਾਕਟਿਕਾ ਦੇ ਵਿੱਚ ਜਿਹੜਾ ਹੈਗਾ ਇਹ ਭੂਚਾਲ ਆਇਆ। ਤੇ ਤਸਵੀਰਾਂ ਜਿਹੜਾ ਹੈਗਾ ਇਸ ਭੂਚਾਲ ਦੀ ਭਿਆਨਕਤਾ ਨੂੰ ਬਿਆਨ ਕਰ ਰਹੀਆਂ ਨੇ। ਤਸਵੀਰਾਂ ਅਫਗਾਨਿਸਤਾਨ ਦੇ ਵਿੱਚ ਭੂਚਾਲ ਤੋਂ ਬਾਅਦ ਕਿਹੋ ਜਿਹਾ ਮੰਜ਼ਰ ਹੈਗਾ ਇਹ ਤਸਵੀਰਾਂ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸੋ ਅਫਗਾਨਿਸਤਾਨ ਦੇ ਵਿੱਚ ਭੂਚਾਲ ਦੀਆਂ ਇਹ ਤਸਵੀਰਾਂ ਤੇ ਅਪਡੇਟ ਲੈਣੇ ਆ। ਸਾਡੇ ਸਹਿਯੋਗੀ ਅਰਸ਼ਦੀਪ ਕੌਰ ਸੰਧੂ ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ। ਅਰਸ਼, ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ? जी गगन, अजे तक जो जानकारी मिल रही है ਉਹਦੇ ਵਿੱਚ ਇਹ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਭੂਚਾਲ ਜਿਹੜਾ ਹੈ ਉਹ ਆਇਆ
ਤੇ ਅਫਗਾਨਿਸਤਾਨ ਦੇ ਵਿੱਚ ਤਕਰੀਬਨ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਹੁਣ ਤੱਕ ਦੀ ਜਾਣਕਾਰੀ ਹੈ। ਕਾਫੀ ਜਿਹੜਾ ਖਤਰਨਾਕ ਅਸੀਂ ਕਹਿ ਸਕਦੇ ਹਾਂ ਕਿ ਜੋ ਅਸੀਂ ਤਬਾਹੀ ਦਾ ਮੰਜ਼ਰ ਦਿਖਾ ਰਹੇ ਹਾਂ ਕਿ ਕਾਫੀ ਖਤਰਨਾਕ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤੇ ਪਾਕਿਸਤਾਨ ਦੇ ਵਿੱਚ ਵੀ ਇਸਲਾਮਾਬਾਦ ਦੇ ਆਸ-ਪਾਸ ਜਿਹੜਾ ਭੂਚਾਲ ਦੀ ਤੀਬਰਤਾ ਹੈ ਉਹ ਮਹਿਸੂਸ ਕੀਤੀ ਗਈ ਹੈ। 6.1 ਤੀਬਰਤਾ ਜੋ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਵੀ ਮਹਿਸੂਸ ਕੀਤੀ ਗਈ ਹੈ। ਤਕਰੀਬਨ ਪਾਕਿਸਤਾਨੀ ਸਮੇਂ ਦੇ ਮੁਤਾਬਕ ਰਾਤ 2 ਵਜੇ ਇਹ ਭੂਚਾਲ ਆਇਆ ਸੀਗਾ ਤੇ ਹੁਣ ਤੱਕ ਅਫਗਾਨਿਸਤਾਨ ਦੇ ਵਿੱਚ 250 ਲੋਕਾਂ ਦੇ ਮਰਨ ਦੀ ਖਬਰ ਹੈ ਤੇ ਇਹਦਾ ਐਪੀਸੈਂਟਰ ਭੂਚਾਲ ਦਾ ਅਫਗਾਨਿਸਤਾਨ ਦੇ ਕੋਸਤ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ। ਪਿਸ਼ਾਵਰ ਪਾਕਿਸਤਾਨ ਦੇ ਵਿੱਚ, ਇਸਲਾਮਾਬਾਦ ਦੇ ਵਿੱਚ, ਲਾਹੌਰ ਦੇ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ ਲੋਕਾਂ ਦੇ ਵੱਲੋਂ। ਤਾਂ ਇਹ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਖਬਰ ਇਸ ਵੇਲੇ, ਕਿਉਂਕਿ ਇਸ ਤੋਂ ਪਹਿਲਾਂ ਵੀ 2005 ਦੇ ਵਿੱਚ ਬਹੁਤ ਹੀ ਖਤਰਨਾਕ ਭੂਚਾਲ ਆਇਆ ਸੀ ਜਿਸ ਦੇ ਵਿੱਚ ਤਕਰੀਬਨ 74,000 ਲੋਕ ਮਾਰੇ ਗਏ ਸੀ। ਤੇ ਹੁਣ ਤੱਕ ਜੋ ਤਸਵੀਰਾਂ ਤੇ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਸ ਵਿੱਚ 250 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖਬਰ ਫਿਲਹਾਲ ਆ ਰਹੀ ਹੈ। ਬਿਲਕੁਲ 250 ਤੋਂ ਵਧੇਰੇ ਲੋਕਾਂ ਦੇ ਮਰਨ ਦੀ ਖਬਰ ਅਰਸ਼ਦੀਪ ਜਿਹੜਾ ਹੈਗਾ ਸਾਹਮਣੇ ਨਿਕਲ ਕੇ ਆ ਰਹੀ ਹੈ। ਭੂਚਾਲ ਦਾ ਕੇਂਦਰ ਜਿਸ ਤਰੀਕੇ ਤੁਸੀਂ ਦੱਸਿਆ ਔਰ ਇਸ ਦਾ ਅਸਰ ਜਿਹੜਾ ਹੈਗਾ ਪਾਕਿਸਤਾਨ ਤੱਕ ਵੀ ਝਟਕੇ ਜਿਹੜਾ ਹੈਗਾ ਮਹਿਸੂਸ ਕੀਤੇ ਗਏ ਨੇ। ਬਹੁਤ ਬਹੁਤ ਸ਼ੁਕਰੀਆ ਅਰਸ਼ ਫਿਲਹਾਲ ਇਸ ਜਾਣਕਾਰੀ ਦੇ ਲਈ। ਅਰਸ਼ਦੀਪ ਜਾਣਕਾਰੀ ਦੇ ਰਹੇ ਸਨ। ਅਫਗਾਨਿਸਤਾਨ ਦੇ ਵਿੱਚ ਭੂਚਾਲ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ 250 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭੂਚਾਲ ਦੇ ਬਾਅਦ ਜਿਹੜਾ ਹੈਗਾ 250 ਲੋਕਾਂ ਦੀ ਮੌਤ ਦੀ ਖਬਰ ਜਿਹੜਾ ਹੈਗਾ ਸ਼ੁਰੂਆਤੀ ਤੌਰ ਤੇ ਹੈਗੀ। ਹਾਲਾਂਕਿ ਭੂਚਾਲ ਦੇ ਨਾਲ ਜਿਹੜੇ ਘਰ ਢਹਿ ਢੇਰੀ ਹੋ ਜਾਂਦੇ ਨੇ, ਇਮਾਰਤਾਂ ਡਿੱਗ ਜਾਂਦੀਆਂ ਨੇ, ਉਸ ਦੇ ਮਲਬੇ ਚੋਂ ਲੋਕ ਜਿਉਂਦੇ ਨਿਕਲਦੇ ਨੇ ਜਾਂ ਉਸ ਮਲਬੇ ਚੋਂ ਲਾਸ਼ਾਂ ਨਿਕਲਦੀਆਂ ਨੇ, ਇਹ ਵੀ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਰਹਿੰਦਾ। ਪਰ ਸ਼ੁਰੂਆਤੀ ਤੌਰ ਤੇ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ 250 ਲੋਕਾਂ ਦੀ ਮੌਤ ਜਿਹੜਾ ਹੈਗਾ ਭੂਚਾਲ ਦੀ ਵਜ੍ਹਾ ਕਰਕੇ ਹੋਈ ਹੈ ਅਫਗਾਨਿਸਤਾਨ ਦੇ ਵਿੱਚ ਤੇ 6.1 ਤੇਜ਼ੀ ਦਾ ਇਹ ਭੂਚਾਲ ਸੀਗਾ ਜਿਸ ਦੀਆਂ ਤਸਵੀਰਾਂ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਨਿਊਜ਼ 18 ਪੰਜਾਬ। ਉਧਰ ਮੂਸੇਵਾਲਾ ਕਤਲकांड ਤੇ ਵੱਡੀ ਖਬਰ ਵੀ ਸਾਹਮਣੇ ਆਈ ਹੈ। ਹਮਲਾਵਰਾਂ ਦੇ ਕੋਲ ਖਤਰਨਾਕ ਹਥਿਆਰ ਸਨ। ਰੂਸੀ ਹਥਿਆਰ ਅਮਰੀਕਾ ਤੋਂ ਹਥਿਆਰਾਂ ਦੇ ਡੀਲਰ ਨੇ ਜਿਹੜਾ ਹੈਗਾ ਇਹ ਖੁਲਾਸਾ ਕੀਤਾ ਹੈ। ਰੂਸੀ ਹਥਿਆਰ ਜਿਹੜੇ ਸੀਗੇ ਹਮਲਾਵਰਾਂ ਦੇ ਕੋਲ ਸੀਗੇ ਤੇ ਹਮਲਾਵਰਾਂ ਦੇ ਕੋਲ ਹੀ ਜਿਹੜਾ ਹੈਗਾ ਰੂਸੀ GP-25 ਗ੍ਰੇਨੇਡ ਲਾਂਚਰ ਵੀ ਸੀ। ਦੁਨੀਆ ਦੀਆਂ ਕਈ ਫੌਜਾਂ ਇਸ ਦਾ ਇਸਤੇਮਾਲ ਕਰਦੀਆਂ ਨੇ। AK-47 ਦੇ ਵਿੱਚ ਆਸਾਨੀ ਦੇ ਨਾਲ ਅਟੈਚ ਹੋ ਜਾਂਦਾ। ਤੁਹਾਨੂੰ ਦੱਸਦੀ ਹੈ AK-47 ਵਿੱਚ ਸੌਖੇ ਤਰੀਕੇ ਅਟੈਚ ਹੋ ਜਾਂਦਾ ਹੈ ਲਾਂਚਰ ਤੇ ਗ੍ਰੇਨੇਡ ਲਾਂਚਰ ਸੀ ਹਮਲਾਵਰਾਂ ਦਾ ਪਲਾਨ B ਯਾਨੀ ਜੇਕਰ ਪਲਾਨ A ਫੇਲ ਹੁੰਦਾ ਤਾਂ ਪਲਾਨ B ਜਿਹੜਾ ਹੈਗਾ ਉਹ ਅਪਲਾਈ ਕਰਨਾ ਸੀ ਹਮਲਾਵਰਾਂ ਨੇ ਤੇ ਹਮਲਾਵਰਾਂ ਦੇ ਕੋਲ ਰੂਸੀ GP-25 ਗ੍ਰੇਨੇਡ ਲਾਂਚਰ ਸੀ ਜਿਹੜਾ AK-47 ਦੇ ਉੱਤੇ ਜਿਹੜਾ ਹੈਗਾ ਉਹ ਫਿਕਸ ਹੋ ਜਾਂਦਾ ਹੈ। ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਨਿਊਜ਼ 18 ਪੰਜਾਬ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ। ਅਮਰੀਕਾ ਵਿੱਚ ਹਥਿਆਰਾਂ ਦੇ ਡੀਲਰ ਨੇ ਵਿੱਕੀ ਮਾਨਸਲੋਦੀ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਜਿਹੜੇ ਇਹ ਅਟੈਕ ਹੋਇਆ ਇਸ ਦੇ ਵਿੱਚ AN-94 ਦਾ ਜ਼ਿਕਰ ਜ਼ਰੂਰ ਹੋ ਰਿਹਾ ਹੈ ਪਰ AN-94 ਦਾ ਇਸਤੇਮਾਲ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਖਿੱਤੇ ਵਿੱਚ ਮੌਜੂਦ ਨਹੀਂ ਹੈ। ਵਿੱਕੀ ਮਾਨਸਲੋਦੀ ਉਹ ਸ਼ਖਸ ਨੇ ਜਿਹੜੇ ਅਮਰੀਕਾ ਵਿੱਚ ਹਥਿਆਰਾਂ ਦਾ ਲੀਗਲ ਬਿਜ਼ਨਸ ਕਰਦੇ ਨੇ, ਅਮਰੀਕਾ ਦੀ ਸੁਰੱਖਿਆ ਏਜੰਸੀਆਂ ਨੂੰ ਹਥਿਆਰ ਸਪਲਾਈ ਕਰਦੇ ਨੇ। ਸਿੱਧੂ ਮੂਸੇਵਾਲਾ ਦੇ ਉਹ ਦੋਸਤ ਰਹੇ ਨੇ ਔਰ ਮੂਸੇਵਾਲਾ ਨੇ ਕਿਸੇ ਵੇਲੇ ਉਹਨਾਂ ਤੋਂ ਬੁਲੇਟ ਪ੍ਰੂਫ ਜੈਕਟ ਜਿਹੜਾ ਹੈਗਾ ਉਸ ਦੀ ਡਿਮਾਂਡ ਕੀਤੀ ਸੀਗੀ ਕਿ ਉਸ ਨੂੰ ਭੇਜ ਦੇਣ। ਹਾਲਾਂਕਿ ਬਾਅਦ ਵਿੱਚ ਜਿਹੜਾ ਹੈਗਾ ਇਹ ਗੱਲਬਾਤ ਮੁਲਤਵੀ ਹੋ ਗਈ ਸੀਗੀ ਪਰ ਵਿੱਕੀ ਮਾਨਸਲੋਦੀ ਦਾ ਦਾਅਵਾ ਹੈ ਕਿ ਲਾਂਚਰ ਦੇ ਵਿੱਚ ਜਿਹੜਾ ਹੈਗਾ ਰਸ਼ੀਅਨ ਗ੍ਰੇਨੇਡ ਲਾਂਚਰ ਦੇ ਵਿੱਚ 40 mm ਗ੍ਰੇਨੇਡ ਇਸਤੇਮਾਲ ਹੁੰਦਾ ਹੈ। 15 ਮੀਟਰ ਦੂਰ ਤੱਕ ਇਹ ਮਾਰ ਕਰ ਸਕਦਾ ਹੈ ਜਿਹੜਾ 40 mm ਗ੍ਰੇਨੇਡ ਹੈਗਾ ਤੇ ਗ੍ਰੇਨੇਡ ਲਾਂਚਰ ਦੀ ਮਦਦ ਦੇ ਨਾਲ ਦੂਰ ਤੱਕ ਜਿਹੜਾ ਗ੍ਰੇਨੇਡ ਸੁੱਟਿਆ ਜਾ ਸਕਦਾ ਹੈ। ਗੁਜਰਾਤ ਤੋਂ ਫੜੇ ਗਏ ਸ਼ੂਟਰਾਂ ਤੋਂ ਇਹ GP-25 ਗ੍ਰੇਨੇਡ ਲਾਂਚਰ ਬਰਾਮਦ ਹੋਇਆ ਜਿਸ ਤੋਂ ਬਾਅਦ ਅਮਰੀਕਾ ਦੇ ਹਥਿਆਰਾਂ ਦੇ ਡੀਲਰ ਵਿੱਕੀ ਮਾਨਸਲੋਦੀ ਨੇ ਇਸ ਦੇ ਬਾਰੇ खुलासा किया है। देखिए रशियन GP-25 का पकड़ा जाना एक अपने आप में बड़ा चिंता का विषय है। ये एक डेंजरस अंडर बैरल ग्रेनेड लॉन्चर है जो कि 40 mm का हाई वेलोसिटी एक्सप्लोसिव राउंड फायर करता है। इसकी रेंज कुछ 400 मीटर तक है और इसे हर वेदर कंडीशन में फायर किया जा सकता है। ये AK स्टाइल राइफल्स जैसे AK-74, AK-47 में बिना किसी मॉडिफिकेशन से अटैच हो जाता है और इसे एक स्टैंड अलोन कॉन्फ़िगरेशन में भी फायर किया जा सकता है। इसे दुनिया की कई मेजर आर्मीज जैसे रशिया, इंडिया, पाकिस्तान, ईरान यूज करती हैं। इसका वजन कुछ 1.5 किलो है। अब हम बात करेंगे 40 mm ग्रेनेड की जो ये GP-25 लॉन्चर फायर करता है। 40 mm ग्रेनेड जहां भी हिट करता है उसका किल जोन रेडियस कुछ 5 मीटर है और उसका कैजुअलिटी जोन रेडियस कुछ 15 मीटर है।
ये 2 से 3 इंच स्टील को पेनिट्रेट कर सकता है। इसका वजन कुछ 0.25 kg और इसकी शेल्फ लाइफ कुछ 10 साल है। इस 40 mm ग्रेनेड की खासियत यह है कि अगर ये टारगेट को हिट करने के बाद एक्सप्लोड ना होए तो इसमें एक ऑटो सेल्फ डिस्ट्रक्ट मैकेनिज्म है जो कि 15 से 20 सेकंड में एक्सप्लोड कर जाता है। ये एक हैंड ग्रेनेड से कम पावरफुल है, पर ग्रेनेड लॉन्चर की मदद से इसको ज्यादा दूर तक। ਉਮੇਸ਼ ਮੇਰੇ ਸੇ ਵੀ ਸਾਡੇ ਨਾਲ ਜੁੜ ਰਹੇ ਨੇ ਵਧੇਰੀ ਜਾਣਕਾਰੀ ਦੇ ਨਾਲ। ਉਮੇਸ਼, ਲਗਾਤਾਰ ਤੁਸੀਂ ਗੱਲ ਪਹਿਲਾਂ ਵੀ ਤੁਸੀਂ ਕੀਤੀ ਸੀਗੀ, ਵਿੱਕੀ ਮਾਨ ਸਲੋਦੀ ਦੇ ਨਾਲ ਗੱਲ ਕੀਤੀ ਤੇ ਉਸ ਵੇਲੇ ਉਹਨਾਂ ਨੇ ਬੁਲਟ ਪ੍ਰੂਫ ਦਾ ਜ਼ਿਕਰ ਕੀਤਾ ਸੀਗਾ, AN-94 ਇਸਤੇਮਾਲ ਨਹੀਂ ਹੋਈ ਹੈ ਉਸ ਦਾ ਜ਼ਿਕਰ ਕੀਤਾ ਸੀਗਾ। ਪਰ ਹੁਣ ਜਿਹੜੇ ਰਸ਼ੀਅਨ ਹਥਿਆਰ ਜਿਹੜੇ ਬਰਾਮਦ ਹੋਣ ਦੀ ਖਬਰ ਸਾਹਮਣੇ ਆ ਰਹੀ, ਉਸ ਤੋਂ ਬਾਅਦ ਵਿੱਕੀ ਮਾਨ ਸਲੋਦੀ ਦਾ ਇਹ ਖੁਲਾਸਾ ਕਾਫੀ ਕੁਝ ਬਿਆਨ ਕਰਦਾ ਹੈ। ਯਾਨੀ ਹਮਲਾਵਰ ਜਿਹੜੇ ਸੀਗੇ ਉਹ ਪੂਰੀ ਤਿਆਰੀ ਦੇ ਨਾਲ ਆਏ ਸੀਗੇ। ਬੇਸ਼ੱਕ ਸਿਕਿਉਰਿਟੀ ਗਾਰਡ ਵੀ ਨਾਲ ਹੁੰਦੇ, ਬੇਸ਼ੱਕ ਬੁਲਟ ਪ੍ਰੂਫ ਗੱਡੀ ਵੀ ਹੁੰਦੀ, ਤਾਂ ਵੀ ਤਿਆਰੀ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਦੇਖੀ ਜਾ ਸਕਦੀ ਹੈ ਕਿ ਵਿਦੇਸ਼ੀ ਹਥਿਆਰ ਪੂਰੀ ਤਿਆਰੀ ਦੇ ਨਾਲ ਉਹਨਾਂ ਨੇ ਰੱਖੇ ਹੋਏ ਸੀਗੇ। ਉਮੇਸ਼ ਗਗਨ, ਬਿਲਕੁਲ ਜਿਸ ਹਿਸਾਬ ਨਾਲ ਇਹ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ, ਸਿਕਿਉਰਿਟੀ ਏਜੰਸੀਜ਼ ਦੇ ਵੀ ਕੰਨ ਖੜੇ ਹੋ ਗਏ ਨੇ। ਔਰ ਵਿੱਕੀ ਮਾਨ ਸਲੋਦੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਵਿੱਕੀ ਮਾਨ ਸਲੋਦੀ ਉਹ ਸ਼ਖਸ ਨੇ ਜਿਨ੍ਹਾਂ ਤੋਂ ਸਿੱਧੂ ਮੂਸੇਵਾਲੇ ਨੇ ਬੁਲਟ ਪ੍ਰੂਫ ਜੈਕਟ ਮੰਗੀ ਸੀ। ਇੱਕ ਆਰਮਸ ਡੀਲਰ ਨੇ USA ਵਿੱਚ, ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਆਰਮ ਸਪਲਾਈ ਕਰਦੇ ਨੇ, ਗਨ ਸਪਲਾਈ ਕਰਦੇ ਨੇ। ਇੱਕ ਡੀਪ ਨੌਲੇਜ ਜਿਹਨੂੰ ਕਹਿੰਦੇ ਨੇ ਹਥਿਆਰਾਂ ਦੇ ਬਾਰੇ, ਗ੍ਰੇਨੇਡ ਦੇ ਬਾਰੇ, ਇਹ ਸਾਰੇ ਉਹਨਾਂ ਨੂੰ ਡੀਪ ਨੌਲੇਜ ਹੈ। ਔਰ ਅੱਜ ਜੀ ਆਪਾਂ ਗੱਲ ਕਰੀਏ ਕਿ ਵਿੱਕੀ ਮਾਨ ਸਲੋਦੀ ਨਾਲ ਮੇਰੀ ਵੈਸੇ ਗੱਲ ਹੋਈ ਸੀ, ਉਹਨਾਂ ਨੇ ਸਾਫ਼ ਦੱਸਿਆ ਕਿ ਇਹ ਜਿਹੜੇ ਲਾਂਚਰ ਜੀ ਸਾਨੂੰ ਉਹ ਦੱਸ ਰਹੇ ਸੀ ਕਿ ਇਹਦੀ ਰੇਂਜ ਕਿੰਨੀ ਹੈ, ਕਿਸੇ ਵੀ ਵੈਦਰ ਕੰਡੀਸ਼ਨ 'ਚ ਚੱਲ ਸਕਦਾ ਹੈ, ਇਹਦੀ ਮਾਰਕ क्षमता ਕਿੰਨੀ ਹੈ, ਯਾਨੀ ਕਿ ਕਿੰਨੇ ਘਾਤਕ ਹਥਿਆਰ ਨੇ ਜਿਹੜੇ ਉਹ ਯੂਜ਼ ਕਰ ਰਹੇ ਸੀਗੇ, ਉਹਦੇ ਬਾਰੇ ਵਿੱਕੀ ਮਾਨ ਸਲੋਦੀ ਦੱਸ ਰਹੇ ਸੀਗੇ। ਔਰ ਕਿਤੇ ਨਾ ਕਿਤੇ ਇਹ ਹਥਿਆਰਾਂ ਦੀ ਰਸ਼ੀਅਨ ਖਾਸ ਕਰ ਜੀ ਗ੍ਰੈਂਡ ਲਾਂਚਰ ਦੀ ਗੱਲ ਕਰੀਏ ਕਿ AK-74 AK-47 ਨਾਲ ਇਹ ਬਿਨਾਂ ਕਿਸੇ ਮੋਡੀਫਿਕੇਸ਼ਨ ਤੋਂ ਚੱਲ ਸਕਦਾ ਹੈ। ਔਰ ਇੱਦਾਂ ਦਾ ਸਿਸਟਮ ਵੀ ਹੈ ਕਿ 2-3 ਇੰਚ ਸਟੀਲ ਨੂੰ ਵੀ ਪੈਨੀਟ੍ਰੇਟ ਕਰ ਸਕਦਾ। ਤਾਂ ਇਹ तमाम ਜਾਣਕਾਰੀ ਉਹੀ ਬੰਦਾ ਦੇ ਸਕਦਾ ਜਿਹਨੂੰ ਇਹਦੇ ਬਾਰੇ ਡੀਪ ਨੌਲੇਜ ਹੈ। ਔਰ ਖਾਸ ਕਰ ਜਿਸ ਸਾਹਮਣੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਵੀ ਅਸੀਂ ਦੇਖੀ ਕੱਲ, ਪ੍ਰੋਪਰ ਇਹ ਜੀਪ ਰਸ਼ੀਅਨ ਹਥਿਆਰਾਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਸਿਕਿਉਰਿਟੀ ਏਜੰਸੀਜ਼ ਦੇ ਵੀ ਕੰਨ ਖੜੇ ਨੇ ਕਿ ਕਿਸ ਹਿਸਾਬ ਨਾਲ ਸ਼ੂਟਰਾਂ ਕੋਲ, ਪਹਿਲਾਂ ਸ਼ੂਟਰਾਂ ਕੋਲ ਤੁਸੀਂ ਸੁਣਿਆ ਹੋਣਾ 32 ਬੋਰ ਦੀ ਗਨ, ਪਿਸਟਲ ਜਾਂ ਦੂਜੇ ਹਥਿਆਰ ਹੁੰਦੇ ਸੀ, ਲੇਕਿਨ ਹੁਣ ਤੁਸੀਂ ਸੋਚੋ ਕਿ ਰਸ਼ੀਅਨ ਹਥਿਆਰ, ਇੱਕ ਘਾਤਕ ਹਥਿਆਰ ਪਹੁੰਚ ਰਹੇ ਨੇ। ਔਰ ਸਿੱਧੂ ਮੂਸੇਵਾਲਾ ਮਰਡਰ ਜਿਹੜੀ ਸਾਜ਼ਿਸ਼ ਹੈ ਕਿੰਨੀ ਕੁ ਜ਼ਿਆਦਾ ਔਰ ਕਿੰਨੀ ਕੁ ਡੀਪ ਹੈ, ਕਿਸ ਹਿਸਾਬ ਨਾਲ ਇਹਨਾਂ ਦੇ ਸ਼ੂਟਰ ਅਰੇਂਜ ਕੀਤੇ ਗਏ, ਹਥਿਆਰ ਮੰਗਵਾਏ ਗਏ ਨੇ, ਸਾਜ਼ਿਸ਼ ਕਿੰਨੀ ਗਹਿਰਾਈ ਹੈ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਹ ਹਥਿਆਰ ਜਿਹੜੇ ਮਿਲੇ ਨੇ ਔਰ ਹਥਿਆਰਾਂ ਦੀ ਰੇਂਜ ਕਿੰਨੀ ਹੈ, ਵਿੱਕੀ ਮਾਨ ਸਲੋਦੀ ਨੇ ਬੜੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਦੂਜੀ ਗੱਲ, AN-94 ਦਾ ਜ਼ਿਕਰ ਜਦੋਂ ਵਿੱਕੀ ਮਾਨ ਸਲੋਦੀ ਨੇ ਨਿਊਜ਼ 18 ਤੇ ਦੱਸਿਆ ਸੀਗਾ ਕਿ AN-94 ਦੀ ਥਿਉਰੀ ਨਹੀਂ ਜੱਚਦੀ, ਕਿਉਂਕਿ ਇਹ 94 ਉਹ ਵੈਪਨ ਹੈ ਜਿਹੜਾ ਅਮਰੀਕਾ ਵਰਗੇ ਵੱਡੇ ਕੰਟਰੀ ਜਿੱਥੇ 40 ਕਰੋੜ ਤੋਂ ਜ਼ਿਆਦਾ ਹਥਿਆਰ ਨੇ ਲੋਕਾਂ 'ਚ, ਉੱਥੇ ਬੜਾ ਰੇਅਰ ਪਾਇਆ ਜਾਂਦਾ ਹੈ। ਇੱਥੇ ਪਾਕਿਸਤਾਨ ਦਾ ਬਾਰਡਰ ਹੈ, ਅਫਗਾਨਿਸਤਾਨ ਨੇੜੇ ਲੱਗਦਾ, ਇੱਥੇ AK-47 AK-74 ਤੱਕ ਆ ਸਕਦੀ ਹੈ, ਲੇਕਿਨ AN-94 ਜੱਚਦੀ ਨਹੀਂ ਥਿਉਰੀ। ਉਹੀ ਸ਼ਾਇਦ ਸੱਚ ਸਾਬਿਤ ਹੁੰਦੀ ਜਾ ਰਹੀ ਹੈ ਕਿ AK-47 AK-74 ਲੇਕਿਨ AK-94 ਨਹੀਂ। ਤਾਂ तमाम ਜਾਣਕਾਰੀ ਵਿੱਕੀ ਮਾਨ ਸਲੋਦੀ ਦੀ ਦਿੱਤੀ ਹੋਈ ਕਿਤੇ ਨਾ ਕਿਤੇ ਸੱਚ ਹੈ। ਔਰ ਨਾਲੇ ਹਥਿਆਰਾਂ ਦਾ ਮੈਂ ਬਾਰ-ਬਾਰ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਦਿੱਲੀ ਪੁਲਿਸ ਨੇ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ, ਹਥਿਆਰਾਂ ਦਾ ਜ਼ਿਕਰ ਕੀਤਾ, ਰਸ਼ੀਅਨ ਗ੍ਰੇਨੇਡ ਲਾਂਚਰ ਦੀ ਗੱਲ ਕਰ ਰਹੇ ਹਾਂ। ਔਰ ਜਿਸ ਹਿਸਾਬ ਨਾਲ ਡੀਪ ਦੇਖੋ ਨੌਲੇਜ ਦੀ ਗੱਲ ਕਰੀਏ ਕਿ ਜਿਸ ਹਿਸਾਬ ਨਾਲ ਇਹਦੀ ਮਾਰਕ, ਯਾਨੀ ਕਿ ਕਿਸੇ ਵੀ ਵੈਦਰ ਕੰਡੀਸ਼ਨ 'ਚ ਬਿਨਾਂ ਕਿਸੇ ਮੋਡੀਫਿਕੇਸ਼ਨ ਤੇ AK-74 ਤੋਂ ਤੁਸੀਂ ਦਾਗ ਸਕਦੇ ਹੋ, AK-47 ਤੋਂ ਤੁਸੀਂ ਦਾਗ ਸਕਦੇ ਹੋ। ਕਿੰਨਾ ਇੰਚ ਦਾ, ਯਾਨੀ ਕਿ ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਔਰ ਪ੍ਰੋਪਰ ਪਲੈਨਿੰਗ ਕਿ ਇਹ ਹਥਿਆਰ ਕਿੰਨਾ ਘਾਤ ਹੋ ਸਕਦਾ, ਯਾਨੀ ਕਿ ਬੰਦਾ ਬਚੇ ਨਾ। ਪੂਰੀ ਇਹ ਤਿਆਰੀ ਗਗਨ ਇਹ ਹਥਿਆਰਾਂ ਦੀ ਦਰਸਾਉਂਦੀ ਹੈ ਕਿ ਸਿੱਧੂ ਨੂੰ ਮਾਰਨ ਲਈ ਕਿੰਨੀ ਗਹਿਰੀ ਸਾਜ਼ਿਸ਼ ਰਚੀ ਗਈ ਸੀ। ਜੀ ਬਿਲਕੁਲ ਉਮੇਸ਼, ਸਿਰਫ ਇੰਨਾ ਨਹੀਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੈਨਿੰਗ ਇਹ ਸੀਗੀ, ਸਵਾਲ ਇੱਥੇ ਇਹ ਵੀ ਖੜਾ ਹੈ ਕਿ ਵਿਦੇਸ਼ੀ ਹਥਿਆਰ ਦੇਸ਼ ਦੇ ਅੰਦਰ ਆਉਂਦੇ ਨੇ। ਜੇਕਰ ਅਸੀਂ ਸਿੱਧੂ ਮੂਸੇਵਾਲਾ ਕਤਲकांड ਨੂੰ ਇੱਕ ਸੈਕਿੰਡ ਲਈ ਸਾਈਡ ਵੀ ਕਰ ਦਈਏ, ਪਰ ਵਿਦੇਸ਼ੀ ਹਥਿਆਰਾਂ ਦਾ ਦੇਸ਼ ਦੇ ਅੰਦਰ ਤੱਕ ਆਣਾ ਔਰ ਅਜਿਹੇ ਗੈਂਗਸਟਰਸ ਦੇ ਕੋਲ ਪਹੁੰਚਣਾ, ਸ਼ਾਰਪ ਸ਼ੂਟਰਾਂ ਦੇ ਕੋਲ ਪਹੁੰਚਣਾ, ਲੋਕਲ ਪੁਲਿਸ ਸਿਕਿਉਰਿਟੀ ਜਿਹੜੀ ਹੈਗੀ ਹੈ ਜਾਂ ਸੈਂਟਰਲ ਗਵਰਨਮੈਂਟ ਦੇ ਲਈ ਕਿੰਨੀ ਵੱਡੀ ਟੈਨਸ਼ਨ ਹੈਗੀ ਹੈ ਕਿ ਭਾਰਤ ਦੇ ਵਿੱਚ ਕਿਸੇ ਜੁਰਮ ਨੂੰ ਅੰਜਾਮ ਦੇਣ ਦੇ ਲਈ ਸਿੱਧੇ ਤੌਰ ਤੇ ਹੁਣ ਵਿਦੇਸ਼ੀ ਹਥਿਆਰ ਇਸਤੇਮਾਲ ਹੋ ਰਹੇ ਨੇ ਔਰ ਤਿਆਰੀ ਕਿੰਨੇ ਵੱਡੇ ਪੱਧਰ ਤੇ ਗੈਂਗਸਟਰਸ ਕਰ ਰਹੇ ਨੇ। ਸੈਂਟਰਲ ਗਵਰਨਮੈਂਟ ਦੇ ਲਈ ਕਿੰਨਾ ਵੱਡਾ ਇਹ ਚੈਲੰਜ ਮੰਨਿਆ ਜਾਵੇ ਉਮੇਸ਼? ਦੇਖੋ ਗਗਨ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹ ਗੈਂਗਸਟਰ ਹੁਣ ਉਹ ਵਾਲੇ ਗੈਂਗਸਟਰ ਨਹੀਂ ਰਹੇ, ਇਹ ਨਵੇਂ ਜ਼ਮਾਨੇ ਦੇ ਗੈਂਗਸਟਰ ਨੇ। 2022 ਚੱਲਦਾ ਪਿਆ ਹੈ, ਡਿਜੀਟਲ ਦਾ ਯੁੱਗ ਹੈ। ਪਾਕਿਸਤਾਨ ਬਾਰਡਰ ਡਰੋਨ ਤੋਂ ਹਥਿਆਰ ਮੰਗਾਣੇ ਔਰ WhatsApp ਕਾਲਾਂ, ਸਿਗਨਲ ਐਪ ਦੇ ਜ਼ਰੀਏ ਤੁਸੀਂ ਵਰਲਡ ਦੇ ਕਿਸੇ ਵੀ ਗੈਂਗ ਨਾਲ ਅਟੈਚ ਲੇਟੈਸਟ ਜਾਣਕਾਰੀ ਹਾਸਿਲ ਕਰਨਾ, ਲੇਟੈਸਟ ਵੈਪਨ ਕਰਨਾ। ਗੈਂਗਸ ਕਿੱਥੇ ਲੈਵਲ ਤੱਕ ਪਹੁੰਚ ਰਹੇ ਨੇ, ਇੱਕ ਇੰਟਰਨੈਸ਼ਨਲ ਲੈਵਲ ਤੱਕ ਤਾਰ ਜੁੜੇ ਹੋਏ ਨੇ। ਸਾਫ਼ ਹਥਿਆਰਾਂ ਦਾ ਬਰਾਮਦਗੀ ਸਾਫ਼ ਦੱਸਦੀ ਹੈ। ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ, ਏਜੰਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ। ਹਮੇਸ਼ਾ ਡਰੋਨ ਦੀ ਗੱਲ ਕਰਦੇ ਸੀ, ਜਦੋਂ BSF ਦਾ ਦਾਇਰਾ ਵਧਾਇਆ ਗਿਆ, ਬੜੀ ਰਾਜਨੀਤੀ ਹੋਈ,
ਲੇਕਿਨ ਸੈਂਟਰ ਵੱਲੋਂ ਕਿਹਾ ਗਿਆ ਕਿ ਨਹੀਂ ਪਾਕਿਸਤਾਨ ਦਾ ਬਾਰਡਰ ਹੈ, ਡਰੋਨ ਦੇ ਜ਼ਰੀਏ ਟਿਫਿਨ ਬੰਬ ਦਾ ਜਿੱਦਾਂ ਜ਼ਿਕਰ ਆਇਆ, ਯਾਨੀ ਕਿ ਇਹ ਸੋਚੋ ਕਿ ਹੁਣ ਗੈਂਗਸਟਰ ਜੀ। ਵਾਲੇ ਗੈਂਗਸਟਰ ਨਹੀਂ ਰਹੇ, ਹੁਣ ਉਹ ਗੈਂਗਸਟਰ 32 ਬੋਰੀਆ ਦੂਜੀ ਗੰਨਾਂ ਦੇ ਯੂਜ਼ ਨਹੀਂ, ਹੁਣ ਦੇਖੋ ਰਸ਼ੀਅਨ ਹਥਿਆਰ, ਗ੍ਰੈਨੇਡ, ਰੌਂਚਰ, ਤਮਾਮ ਜਿਹੜੇ ਲੇਟੈਸਟ ਵੈਪਨ ਨੇ ਉਹ ਯੂਜ਼ ਹੋ ਰਹੇ ਨੇ ਕਿਲਿੰਗ ਵਿੱਚ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਗੈਂਗਸਟਰ ਨੇ ਹੁਣ ਆਪਣਾ ਦਾਇਰਾ ਇਹਨਾਂ ਨੇ ਵਧਾ ਦਿੱਤਾ ਹੈ, ਇੰਟਰਨੈਸ਼ਨਲ ਲੈਵਲ ਦੇ ਰੈਕਟ ਤਾਰ ਜੁੜੇ ਹੋਏ ਨੇ, ਇੱਕ ਦੂਜੇ ਗੈਂਗ ਨਾਲ ਇੰਟਰ ਲਿੰਕ ਨੇ। ਕੋਈ ਵਰਲਡ ਦਾ ਜਿਹੜਾ ਕਿ ਗੈਂਗ ਹੈ, ਜਿੱਦਾਂ ਗੱਲ ਚੱਲ ਰਹੀ ਕਿ ਜੇਲ੍ਹਾਂ ਤੋਂ ਇੱਕ ਪੂਰਾ ਇੱਕ ਸਿਸਟਮ ਚੱਲਦਾ ਕਿ ਕਾਲ ਦੇ ਜ਼ਰੀਏ ਤੁਸੀਂ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ। ਵੈਪਨ ਮੰਗਾਉਣੇ ਦਾ ਸਿਲਸਿਲਾ, ਬਾਹਰ ਕਾਲ ਗਈ, ਬਾਹਰ ਬੰਦਾ ਬੈਠਾ, ਉਹ ਕਿਸੇ ਹੋਰ ਨਾਲ ਟੱਚ ਕਰਦਾ, ਉਹ ਪਾਕਿਸਤਾਨ ਤੋਂ ਹਥਿਆਰ ਮੰਗਾਉਂਦਾ ਹੈ। ਪਾਕਿਸਤਾਨ ਤੋਂ ਹਥਿਆਰ ਆਣਾ ਔਰ ਰਸ਼ੀਅਨ ਹਥਿਆਰ ਜਾਂ ਤਮਾਮ ਜ਼ਿਕਰ ਕਰੀਏ ਆਪਣੇ ਆਪ ਵਿੱਚ ਇੱਕ ਵੱਡਾ ਚਿੰਤਾ ਦਾ ਸਬਬ ਹੈ, ਜਿਹੜਾ ਸਿਕਿਉਰਿਟੀ ਏਜੰਸੀਜ਼ ਨੂੰ ਪਤਾ। ਲੇਕਿਨ ਹੁਣ ਹੋਰ ਕੰਨ ਖੜੇ ਹੋ ਗਏ। ਇੱਕ ਪੰਜਾਬੀ ਸਿੰਗਰ, ਵਰਲਡ ਫੇਮਸ ਸਿੰਗਰ ਦੀ ਹੱਤਿਆ ਹੋਈ ਹੈ, ਵੱਡੀ ਸਾਜ਼ਿਸ਼ ਰਚੀ ਗਈ, ਕਿੱਥੇ ਕਿੱਥੇ ਤਾਰਾਂ ਜੁੜ ਰਹੀਆਂ ਨੇ, ਕਿਹੜੇ ਕਿਹੜੇ ਵੈਪਨ ਮਿਲਦੇ ਨੇ। ਮੈਨੂੰ ਲੱਗਦਾ ਸਿਕਿਉਰਿਟੀ ਏਜੰਸੀਆਂ ਜ਼ਰੂਰ ਆਪਣੇ ਲੈਵਲ ਤੇ ਹੋਰ ਉਹਨਾਂ ਨੂੰ ਅੱਗੇ ਹੋਰ ਸੋਚਣ ਦੀ ਲੋੜ ਹੈ, ਇਹਨਾਂ ਤੋਂ ਇੱਕ ਸਟੈਪ ਹੋਰ ਅੱਗੇ ਸੋਚਣ ਦੀ ਲੋੜ ਹੈ ਜੀ। बिल्कुल बिल्कुल अगे सोचने बिल्कुल बिल्कुल उमेश अगे सोचने की लोड़ है। बहुत बहुत शुक्रिया उमेश इस तमाम जानकारी के लिए। उमेश शर्मा मेरे सहयोगी जानकारी दे रहे सन कि किस तरीके जो है इस पूरे कार्य जो है अंजाम दिता गया और किस तरीके हथियारों की जी बरामदगी हुई है। उसने सवाल खड़े किए हैं। सवाल इकला ये नहीं कि सिद्धू मूसेवाला कतलकांड के हथियारों का इस्तेमाल होया, सवाल इस गल लैके भी है कि इस पूरे मामले दे विच जेकर विदेशी हथियार भारत दी हदां दे अंदर आंदे ने तां सवाल सिर्फ पंजाब पुलिस दे लिए नहीं रह जांदा, सवाल सूबियां दी पुलिस ਲਈ नहीं रह जांदा, सवाल ਜਿਹੜਾ ਹੈਗਾ ਸੈਂਟਰਲ ਏਜੰਸੀਜ਼ ਦੇ ਲਈ ਵੀ ਵੱਡਾ ਸਵਾਲ ਬਣ ਜਾਂਦਾ ਹੈ ਕਿ ਜੇਕਰ ਅਪਰਾਧੀ ਮੁਜਰਮ ਇਸ ਤਰੀਕੇ ਦੇ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਨੇ, ਇਸ ਤਰੀਕੇ ਦੇ ਹਥਿਆਰ ਲੈ ਕੇ ਆ ਰਹੇ ਨੇ, ਤਾਂ ਚੈਲੰਜ ਜਿਹੜਾ ਹੈਗਾ ਉਹ ਬਾਰਡਰ ਤੇ ਵੀ ਬਣਿਆ ਹੋਇਆ ਹੈ। ਜਿਹੜਾ ਡਰੋਨ ਦੇ ਰਾਹੀਂ ਸਪਲਾਈ ਹੁੰਦੀ ਹੈ ਹਥਿਆਰਾਂ ਦੀ, ਉਹ ਵੀ ਆਪਣੇ ਆਪ ਵਿੱਚ ਹੁਣ ਇੱਕ ਵੱਡਾ ਚੈਲੰਜ ਜਿਹੜਾ ਹੈਗਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਹਥਿਆਰ ਜਿਹੜੇ ਸੀਗੇ ਰਸ਼ੀਅਨ ਜੀਪੀ ਜਿਹੜਾ ਹੈਗਾ ਵੈਪਨ ਜਿਹੜਾ ਬਰਾਮਦ ਹੋਇਆ, उसने कितने कितने कई सारे सवाल जो है वो खड़े कर दिते हैं।